करती है उस परमिट से ਅਸੀਂ ਬੱਸ ਪਾਸ ਪਾਉਨੇ ਆਪਣੀ ਬੱਸ ਪਾ ਕੇ ਸਰਕਾਰ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਸਰਕਾਰ ਦੇ ਮਨਜ਼ੂਰਸ਼ੁਦਾ ਕਿਰਾਏ ਵੀ ਇਲੀਗਲ ਕੰਮ ਕਰਦੇ ਨੇ। ਸਾਡਾ ਸਾਰਾ ਕੰਮ ਲੀਗਲ ਹੈ ਤੇ ਕੋਈ ਅਸੀਂ ਕਰੀਏ ਤੇ ਸਾਨੂੰ ਪਤਾ ਨਹੀਂ ਹੈ ਕਦੋਂ ਇਹ ਮਾਫੀਆ ਦਾ ਵਰਡ ਸਾਡੇ ਨਾਲ ਜੁੜ ਗਿਆ ਤੇ ਸਾਨੂੰ ਟਰਾਂਸਪੋਰਟਰ ਮੰਨਿਆ ਜਾਵੇ। ਅਸੀਂ ਮੇਰੀ ਜਿਹੜੀ ਕੰਪਨੀ ਹੈ ਜੀ 1948 ਦੀ ਰਜਿਸਟਰਡ ਹੈ, ਕੋਈ ਨਵੇਂ ਅਸੀਂ ਕੰਮ 'ਚ ਨਹੀਂ ਆਏ, ਅਸੀਂ ਪੁਰਾਣੇ ਆਪਰੇਟਰ ਹੈ। ਇੱਕ ਪੋਲੀਟੀਕਲ ਪਰਿਵਾਰ ਜੇ ਕੋਈ ਵਪਾਰ ਕਰਨ ਲੱਗ ਜਾਂਦਾ ਹੈ ਇਹਦਾ ਮਤਲਬ ਨਹੀਂ ਕਿ ਉਹ ਮਾਫੀਆ ਹੋ ਗਿਆ ਜਾਂ ਉਹਦੇ ਕਰਕੇ ਸਾਰੇ 90% ਨੂੰ ਆਫ ਤੇ 329 ਦਾ 12-15% ਉਹਨਾਂ ਦੀ ਐਵਰੇਜ ਬਣ ਗਈ, ਕਿਲੋਮੀਟਰ ਉਹਨਾਂ ਕੋਲ ਘੱਟ ਨੇ ਤੇ ਇਸ ਕਰਕੇ 2020 ਤੋਂ ਪਹਿਲਾਂ ਕੋਈ ਬੰਦਾ ਡਿਫਾਲਟਰ ਨਹੀਂ ਸੀ। ਜਦੋਂ ਲਾਕਡਾਊਨ ਲੱਗਿਆ ਉਦੋਂ ਪ੍ਰਾਈਵੇਟ ਨਹੀਂ। ठीक है जी, टोटल 2200 बस है जी प्राइवेट और ਇੰਨੀ ਕਿ ਹੀ ਸਰਕਾਰ ਕੋਲ ਹੈ ਜੀ। ਸਰਕਾਰ ਕੋਲ ਪਹਿਲਾ ਮੰਤਵ ਤਾਂ ਇਹ ਹੈ ਕਿ ਅਸੀਂ ਇਹ ਦੱਸਣਾ ਚਾਹੁੰਦੇ ਵੀ ਅਸੀਂ ਮਾਫੀਆ ਨਹੀਂ ਹੈ, ਠੀਕ ਹੈ ਜੀ। ਦੂਸਰੀ ਡਰ ਵਾਲੀ ਗੱਲ ਨਹੀਂ ਹੈ, ਬੇਨਤੀ ਕਰਨੀ ਹੈ ਇਸ ਤਰ੍ਹਾਂ ਟੂਰਿਸਟ ਬੱਸਾਂ ਸੀਗੀਆਂ ਜੀ ਜਿਹੜੀਆਂ ਦੂਜੀਆਂ ਸਟੇਟ ਦੀਆਂ ਚੱਲਦੀਆਂ ਨੇ, ਉਦੋਂ ਕੋਈ ਰਾਜਸਥਾਨ ਜਾ ਰਹੀ ਸੀ, ਕੋਟਾ ਜਾ ਰਹੀ, ਗੁਜਰੀ ਜਾ ਰਹੀ ਸੀ। ਜਿਹੜੀ ਕੱਲ ਚੈਕਿੰਗ ਕੀਤੀ ਹੈ ਜੀ, ਕੱਲ ਜਲੰਧਰ ਜਿਹੜੀ ਚੈਕਿੰਗ ਤਾਂ ਇਟ ਇਜ਼ ਨਾਟ ਵਾਇਬਲ ਵੀ ਅਸੀਂ 50% ਆਕੂਪੈਂਸੀ ਤੇ ਚਲਾ ਲਈਏ। ਇੱਕ ਲੋਕਾਂ ਦੇ ਵਿੱਚ ਉਦੋਂ ਡਰ ਵੀ ਸੀ, ਭੈ ਵੀ ਸੀ ਬਿਮਾਰੀ ਦਾ, ਹੁਣ ਥੋੜਾ ਜਿਹਾ ਫਰਕ ਪੈ ਗਿਆ। ਹੁਣ ਲੋਕਾਂ 'ਚ ਕੌਨਫੀਡੈਂਸ ਆ ਗਿਆ ਵੀ ਏਡੀ ਕੋਈ ਗੱਲ ਨਹੀਂ ਰਹੀ। ਐਗਜ਼ੈਂਪਸ਼ਨ ਉਸ ਤੋਂ ਬਾਅਦ ਜੀ ਸਰਕਾਰ ਬਦਲ ਗਈ ਜੀ, ਸੀਐਮ ਸਾਹਿਬ ਬਦਲ ਗਏ, ਮੰਤਰੀ ਸਾਹਿਬ ਨਵੇਂ ਆ ਗਏ। ਮੰਤਰੀ ਸਾਹਿਬ ਜਦੋਂ ਨਵੇਂ ਆ ਗਏ ਜੀ, ਉਹਨਾਂ ਨੇ ਆਪਦੇ ਪੋਲੀਟੀਕਲ ਓਪੋਨੈਂਟਸ ਜਿਹੜੇ ਉਹਨਾਂ ਦੇ ਅਗੇਂਸਟ ਲੜਦੇ ਸੀ ਉਹਨਾਂ ਨੂੰ ਫਾਈਨੈਂਸ਼ੀਅਲੀ ਮਾਰਨ ਦੀ ਖਾਤਰ ਉਹਨਾਂ ਨੇ ਜੀ ਸਾਨੂੰ ਸਾਰਿਆਂ ਨੂੰ ਮਾਫੀਆ ਡਿਕਲੇਅਰ ਕਰਤਾ। ਤੁਸੀਂ ਇੱਕ ਗੱਲ ਦੱਸੋ ਜੀ, ਜਿਵੇਂ ਬਾਈ ਜੀ ਦੱਸ ਕੇ ਹਟੇ ਆ ਜੀ, ਮੇਰੀ ਕੰਪਨੀ 1937 ਚ ਰਜਿਸਟਰ ਹੋਈ ਸੀ। ਬਾਈ ਜੀ ਪ੍ਰੈਸ ਕਾਨਫਰੰਸ ਦੀ ਲੋੜ ਤਾਂ ਪੈ ਗਈ, ਸਾਨੂੰ ਮਾਫੀਆ ਬਣਾਤਾ ਜੀ। ਬਾਈ ਜੀ ਪਿਛਲੇ ਮੰਤਰੀ ਸਾਹਿਬ ਨੇ ਪੋਲੀਟੀਕਲ ਏਜੰਡੇ ਦੇ ਤਹਿਤ ਬਣਾਇਆ ਜੀ। ਹੱਥ ਜੋੜ ਕੇ ਬੇਨਤੀ ਕਰੀ ਜਾਂਦੇ ਵੀ ਸਾਡੀ ਸੁਣਵਾਈ ਕਰ ਦਿਓ, ਕਿਉਂ ਮਾਰਦੇ ਹੋ ਸਾਨੂੰ? ਕਿਉਂਕਿ ਇਕੱਲੇ ਅਸੀਂ ਨਹੀਂ ਜੀ, ਹਰ ਇੱਕ ਬੱਸ ਮਗਰ ਨਾ ਜੀ, ਇੱਕ ਬੱਸ ਮਗਰ 5 ਜਾਣੇ ਜੁੜੇ ਹੋਏ ਆ। ਮਾਲਕਾਂ ਨੂੰ ਤਾਂ ਪਾਸੇ ਛੱਡ ਦਿਓ ਸਾਨੂੰ। ਮੇਰਾ ਨਾਮ ਸ਼ੁਭਕਰਮਨ ਬਰਾੜ ਹੈ ਜੀ, ਮੇਰੀ ਮਾਲਵਾ ਬੱਸ ਸਰਵਿਸ ਮੋਗੇ ਤੋਂ ਮੈਂ ਹੈਗਾ ਜੀ। ਮਾਮਲਾ ਇਹ ਹੈ ਜੀ ਕਿ ਸਾਡਾ ਬੇਸਿਕ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਵੀ ਸਾਨੂੰ ਪਿਛਲੀ ਸਰਕਾਰ ਦੇ ਮੰਤਰੀ ਸਾਹਿਬ ਜਿਹੜੇ ਸੀਗੇ ਟਰਾਂਸਪੋਰਟ ਮਿਨਿਸਟਰ ਜੀ, ਉਹਨਾਂ ਨੇ ਸਾਨੂੰ ਮਾਫੀਆ ਵਰਡ ਸਾਡੇ ਨਾਲ ਜੋੜਤਾ, ਜਦੋਂ ਕਿ ਅਸੀਂ ਨਾਰਮਲ ਟਰਾਂਸਪੋਰਟਰਸ ਹਾਂ ਜੀ। ਜੱਦੀ ਪੁਸ਼ਤੀ ਸਾਡਾ ਕੰਮ ਹੈ ਇਹ, ਇੱਕ ਖੇਤੀਬਾੜੀ ਦਾ ਕਿੱਤਾ ਜੀ, ਦੂਜਾ ਕਿੱਤਾ ਇਹ ਹੈ ਜਿਹੜਾ ਅਸੀਂ ਕਰ ਰਹੇ ਹਾਂ। ਕੋਈ ਸਾਡਾ ਮਾਫੀਆ ਨਾਲ ਸਾਡਾ ਕੋਈ ਲੈਣ ਦੇਣ ਨਹੀਂ, ਕੋਈ ਮਸਲਾ ਨਹੀਂ ਜੀ। ਅਸੀਂ ਤਾਂ ਸਰਕਾਰ ਨੂੰ ਮੇਨ ਚੀਜ਼ ਤਾਂ ਸਾਡੀ ਬੇਨਤੀ ਕਰਨ ਦਾ ਮਸਲਾ ਇਹ ਹੈ ਵੀ ਅਸੀਂ ਇੱਕ ਤਾਂ ਜੀ ਮਾਫੀਆ ਨਹੀਂ ਹੈਗੇ, ਦੂਜੀ ਚੀਜ਼ ਸਾਡਾ ਕੋਵਿਡ ਦੌਰਾਨ ਕੋਵਿਡ ਪੈਂਡੇਮਿਕ ਆਉਣ ਕਰਕੇ ਸਾਡਾ ਬਹੁਤ ਮੰਦਾ ਹਾਲ ਹੋ ਗਿਆ, ਬੱਸਾਂ ਚਲਾਉਣ ਤੋਂ ਅਸਮਰਥ ਹੋ ਗਏ ਅਸੀਂ। ਸਾਡੇ ਟੈਕਸ ਟੁੱਟ ਗਏ, ਸਾਡੇ ਇੰਸ਼ੋਰੈਂਸਾਂ ਟੁੱਟ ਗਈਆਂ, ਪਾਸਿੰਗ ਸਾਡੀਆਂ ਲੰਘ ਗਈਆਂ, ਪਰਮਿਟ ਦੀ ਵੈਲਿਡਿਟੀ ਮੁੱਕ ਗਈ। ਵੀ ਸਾਨੂੰ ਜਿਹੜੀ ਸਰਕਾਰ ਹੈ ਮੌਕਾ ਦੇਵੇ, ਜੇ ਬੱਸਾਂ ਚੱਲਦੀਆਂ ਰਹਿਣਗੀਆਂ ਤਾਂ ਸਰਕਾਰ ਨੂੰ ਰੈਵਨਿਊ ਆਊਗਾ, ਹਰ ਇੱਕ ਚੀਜ਼ ਤੋਂ ਅਸੀਂ ਟੈਕਸ ਵੀ ਦੇਵਾਂਗੇ, ਡੀਜ਼ਲ ਤੇ ਵੀ ਟੈਕਸ ਆਉਂਦਾ ਸਰਕਾਰ ਨੂੰ, ਸਪੇਅਰ ਪਾਰਟਸ ਤੇ, ਟਾਇਰਸ ਤੇ, ਹਰ ਇੱਕ ਚੀਜ਼ ਤੇ ਸਰਕਾਰ ਨੂੰ ਸਾਡੇ ਤੋਂ ਟੈਕਸ ਆਉਂਦਾ। ਵੀ ਜੇ ਅਸੀਂ ਚੱਲਦੇ ਰਵਾਂਗੇ ਤਾਂ ਸਾਰਾ ਕੁਝ ਆਊਗਾ। ਵੀ ਸਰਕਾਰ ਸਾਡੇ ਤੇ ਨਰਮੀ ਵਿਖਾਵੇ, ਸਾਨੂੰ ਮੌਕਾ ਦੇਵੇ। ਅਸੀਂ ਸਰਕਾਰ ਨਾਲ ਖੜਨ ਨੂੰ ਖੜੇ ਆ, ਨਾਲ ਪਹਿਲਾਂ ਵੀ ਖੜੇ ਰਹੇ ਆ, ਗਾਂ ਵੀ ਖੜਾਂਗੇ। ਸਾਨੂੰ ਮੌਕਾ ਦੇਵੇ, ਅਸੀਂ ਇਸ ਚੀਜ਼ ਤੋਂ ਮਤਲਬ ਅਸੀਂ ਸਾਡੀ ਵੀ ਸੁਣਵਾਈ ਕਰੇ। ਬਾਈ ਜੀ ਹੁਣ ਦੇਖੋ ਸਰਕਾਰ ਪੋਲੀਟੀਕਲ ਏਜੰਡਾ ਹੈ ਜੀ ਇੱਕ ਤਾਂ, ਦੂਸਰੀ ਗੱਲ ਸਰਕਾਰ ਨੇ ਜੀ ਹੁਣ ਲੇਡੀਜ਼ ਪੈਸੇਂਜਰਸ ਫ੍ਰੀ ਕਰਤੀਆਂ ਜੀ ਰੋਡਵੇਜ਼ ਐਸਟੀਟੀ। ਹੁਣ ਸਾਡੇ ਨਾਲ ਕੋਈ ਬਹਿੰਦਾ ਨਹੀਂ ਅਸੀਂ ਵੀ ਕਿੱਥੇ ਜਾਈਏ। ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਤੁਸੀਂ ਇਹ ਸਹੂਲਤ ਦੇ ਰਹੇ ਹੋ। ਦੇਖੋ ਤੁਸੀਂ ਵੀ ਇਹ ਚੀਜ਼ ਦੇਖੀ ਹੋਊਗੀ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਿਸ ਨੇ ਪੀਆਰਟੀਸੀ ਦੀਆਂ ਨੇ ਉਹ ਓਵਰਲੋਡ ਹੋ ਕੇ ਜਾਂਦੀਆਂ, ਕਿੰਨੀਆਂ ਮਿਸ ਹੈਪਨਿੰਗਸ ਵੀ ਹੋ ਗਈਆਂ। ਵੀ ਇਹ ਚੀਜ਼ ਸਾਡੇ ਤੇ ਵੀ ਲਾਗੂ ਕਰ ਦਿਓ ਜੀ, ਵੀ ਆਰ ਰੈਡੀ। ਅਸੀਂ ਕਿਹੜਾ ਭੱਜਦੇ ਹਾਂ ਜੀ, ਜੋ ਤੁਸੀਂ ਜਿਵੇਂ ਉਹਨਾਂ ਨੂੰ ਕੰਪਨਸੇਟ ਕਰ ਰਹੇ ਹੋ ਇਸ ਚੀਜ਼ 'ਚੋਂ ਉਵੇਂ ਸਾਨੂੰ ਕੰਪਨਸੇਟ ਕਰ ਦਿਓ, ਅਸੀਂ ਵੀ ਤਿਆਰ ਹਾਂ। ਪਿਛਲੀਆਂ ਸਰਕਾਰਾਂ ਨੇ ਤੁਸੀਂ ਕਿਹਾ ਪੋਲੀਟੀਕਲ ਏਜੰਡਾ ਰੱਖਿਆ ਸੀ ਜਾਂ ਤੰਗ ਕਰਨ ਵਾਸਤੇ, ਹੁਣ ਵੀ ਸਰਕਾਰ ਆ ਜਿਹੜੀ ਉਹੀ ਸੇਮ ਪਾਲਿਸੀ ਤੇ ਚੱਲ ਰਹੀ ਹੈ ਜਾਂ? ਦੇਖੋ ਜੀ ਅਜੇ ਤਾਂ ਸਰਕਾਰ ਨਵੀਂ ਹੈ ਜੀ। ਇਹ ਅਸੀਂ ਮੰਤਰੀ ਸਾਹਿਬ ਨੂੰ, ਟਰਾਂਸਪੋਰਟ ਮਿਨਿਸਟਰ ਸਾਹਿਬ ਨੂੰ ਮਿਲੇ ਆ, ਉਹਨਾਂ ਨੇ ਬੜੀ ਤਸੱਲੀ ਨਾਲ ਸਾਡੀ ਗੱਲ ਸੁਣੀ, ਸਾਨੂੰ ਘੰਟਾ ਡੇਢ ਘੰਟਾ ਦਿੱਤਾ ਜੀ ਚੰਡੀਗੜ੍ਹ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਮੋਰੈਂਡਮ ਦਿੱਤਾ ਵੀ ਸਰ ਸਾਡੀ ਬੇਨਤੀ ਸਵੀਕਾਰ ਕਰੋ। ਅਸੀਂ ਸਾਡੀ ਪੰਜਾਬ ਮੋਟਰ ਯੂਨੀਅਨ ਹੈ ਜੀ ਚੰਡੀਗੜ੍ਹ, ਉਹਦੇ ਬਿਹਾਫ ਤੇ ਅਸੀਂ ਮਿਲੇ ਸੀਗੇ। ਉਹ ਕਹਿੰਦੇ ਵੀ ਮੈਂ ਤੁਹਾਨੂੰ ਟਾਈਮ ਦਿੰਦਾ, ਬਟ ਹੁਣ ਇਸ਼ੂ ਕੀ ਆ ਗਿਆ ਜੀ ਕਿ ਸਾਨੂੰ ਇਸ ਚੀਜ਼ 'ਚੋਂ ਜਦੋਂ ਵੀ ਅਸੀਂ ਕੋਈ ਗੱਲ ਕਰਨੀ ਚਾਹੁੰਦੇ ਹਾਂ
ਉਹ ਜਿਹੜਾ ਪਿਛਲਾ ਮਾਫੀਏ ਵਾਲਾ ਸ਼ਬਦ ਹੈ ਜੀ ਉਹ ਸਾਡੇ ਨਾਲ ਜੁੜ ਜਾਂਦਾ, ਸਾਡੀ ਮੂਹਰੇ ਖੜਾ ਹੁੰਦਾ, ਉਹ ਮੂਹਰੇ ਖੜਾ ਹੁੰਦਾ, ਸਾਡੀ ਸੁਣਵਾਈ ਉੱਥੇ ਬੰਦ ਹੋ ਜਾਂਦੀ। ਸਭ ਤੋਂ ਵੱਡੀ ਪ੍ਰੋਬਲਮ ਤੁਹਾਨੂੰ ਇਹ ਹੈ ਵੀ ਤੁਹਾਡੇ ਨਾਲ ਜਿਹੜਾ ਟਰਾਂਸਪੋਰਟ ਦੇ ਨਾਲ ਮਾਫੀਆ ਲਫ਼ਜ਼ ਜਿਹੜਾ ਜੋੜ ਦਿੱਤਾ ਗਿਆ। ਸਰ ਇਹ ਜਿਹੜਾ ਮਾਫੀਆ ਵਰਡ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਵਰਡ ਸ਼ਾਇਦ ਹੁਣ ਜੁੜਿਆ, ਪਰ ਇਹ ਬਾਦਲਾਂ ਤੇ ਤਾਂ ਬਹੁਤ ਲੰਬੇ ਸਮੇਂ ਤੋਂ ਇੱਕ ਆਰੋਪ ਲੱਗਦੇ ਆ ਰਹੇ ਹੈ ਕਿ ਭਾਈ ਇਹ ਸਾਰੀ ਬਾਈ ਜੀ ਬੱਸ ਆਪਰੇਟਰਾਂ ਨੂੰ ਇਹੀ ਬਾਈ ਜੀ ਆਰੋਪ ਲੱਗ ਗਏ। ਮੰਤਰੀ ਸਾਹਿਬ ਨੇ ਆਰੋਪਾਂ ਤੇ ਕਾਰਵਾਈ ਕਰਤੀ ਪਿਛਲਿਆਂ ਨੇ, ਕੀ ਰਿਜ਼ਲਟ ਨਿਕਲਿਆ ਤੁਹਾਡੇ ਜੀ? ਕਹਿਣ ਦਾ ਮਤਲਬ ਇਹ ਜਿਹੜਾ ਮਾਫੀਆ ਵਰਡ ਹੈ ਕਿਤੇ ਇਹ ਸਿਰਫ ਬਾਦਲਾਂ ਲਈ ਤਾਂ ਨਹੀਂ ਯੂਜ਼ ਕੀਤਾ ਗਿਆ ਸੀ, ਰਗੜੇ ਤੁਸੀਂ ਵੀ ਗਏ ਨਾਲ। ਇਹ ਤਾਂ ਹੁਣ ਦੇਖੋ ਜੀ, ਤੁਸੀਂ ਸਿਆਣੇ ਹੋ। ਨਹੀਂ ਸਰ, ਤੁਸੀਂ ਕਲੀਅਰ ਕਰ ਦਿਓ, ਤੁਸੀਂ ਸਾਡੇ ਤੋਂ ਜ਼ਿਆਦਾ ਸਿਆਣੇ ਹੋ, ਇੰਨਾ ਵਧੀਆ ਵਪਾਰ ਚਲਾ ਰਹੇ ਹੋ। ਵਪਾਰ ਤਾਂ ਸਾਡਾ ਚੱਲਿਆ ਖੜਾ ਹੈ ਜੀ, ਸਾਡੇ ਤਾਂ ਹੱਥ ਖੜੇ ਹੋਏ ਪਏ। ਸਾਡੇ ਕੋਲੇ ਨਾ ਜੀ ਕਿਸਾਨਾਂ ਵਾਂਗੂ ਧਰਨਾ ਲਾ ਕੇ ਬਹਿ ਨਹੀਂ ਹੁੰਦਾ। ਮੇਨ ਮੰਗਾਂ ਕਿਹੜੀਆਂ ਲੈ ਕੇ ਗਿਆ ਸੀ ਤੁਸੀਂ? ਮੇਨ ਮੰਗ ਸਰ ਸਾਡੀ ਮੇਨ ਮੰਗ ਇਹ ਸੀ, ਦੇਖੋ ਜੀ ਜਿੱਦੇ ਤੋਂ ਕਰੋਨਾ ਤੋਂ ਬਾਅਦ ਬੱਸਿਸ ਚੱਲੀਆਂ ਨੇ 61 ਰੁਪਏ ਲੀਟਰ ਡੀਜ਼ਲ ਸੀਗਾ ਜੀ, ਜਿਹੜਾ ਕਿ ਹੁਣ 94 ਰੁਪਏ ਹੋ ਗਿਆ, 103 ਤੋਂ ਵਾਪਸ ਆਇਆ ਸੀ, ਹੁਣ 94 ਆ ਜੀ। ਵੀ 33 ਰੁਪਏ ਲੀਟਰ ਡੀਜ਼ਲ ਵੱਧ ਗਿਆ ਜੀ ਲੀਟਰ ਮਗਰ ਜੀ। ਵੀ ਸਾਡਾ ਔਨ ਐਨ ਐਵਰੇਜ ਸਾਡੀ 80 ਲੀਟਰ 85 ਲੀਟਰ ਬੱਸ ਤੇਲ ਖਾਂਦੀ ਆ, ਵੀ ਸਾਡਾ ਅਰਾਊਂਡ 3000 ਦੇ ਕਰੀਬ 250 3000 ਦੇ ਕਰੀਬ ਸਾਡਾ ਰੋਜ਼ ਦਾ ਡੀਜ਼ਲ ਵੱਧ ਗਿਆ। ਸਾਡੀ ਸੁਣਵਾਈ ਕਰੋ। ਦੂਜੀ ਗੱਲ ਸਰ, ਟੋਲ ਟੈਕਸ ਚੱਲ ਪਏ ਜੀ, ਉਹਨਾਂ ਨੇ ਦੁਬਾਰਾ ਰੇਟ ਵੀ ਵਧਾ ਦਿੱਤੇ, ਉਹ ਸਾਨੂੰ ਖਰਚਾ ਉਹਨਾਂ ਦਾ ਬਹੁਤ ਪੈ ਰਿਹਾ ਜੀ। ਤੀਸਰੀ ਗੱਲ ਜੀ, ਜਿਹੜਾ ਸਾਡਾ ਇਸ ਸਾਰੇ ਪ੍ਰੋਬਲਮਸ ਕਰਕੇ ਸਾਡਾ ਟੈਕਸ ਟੁੱਟ ਗਿਆ ਜੀ। ਅਸੀਂ ਕੁਝ ਆਪਰੇਟਰਸ ਟੈਕਸ ਡਿਫਾਲਟ ਹੋ ਗਏ, ਕੁਝ ਨਹੀਂ ਅਸੀਂ ਕਲੀਅਰ ਵੀ ਕਰ ਦਿੱਤੇ। ਵੀ ਉਹ ਜਿਹੜਾ ਹੁਣ ਸਾਨੂੰ ਧਮਕੀ ਦਿੱਤੀ ਜਾ ਰਹੀ ਹੈ, ਜਿਹੜਾ ਕਿ ਕੋਈ ਵੀ ਟਾਈਮ ਟੇਬਲ ਬਣਦਾ ਜੀ, ਮੋਟਰ ਵਹੀਕਲ ਐਕਟ ਦੇ ਤਹਿਤ ਬਣਦਾ ਜੀ। ਮੋਟਰ ਵਹੀਕਲ ਐਕਟ ਦੇ ਤਹਿਤ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਜਦੋਂ ਟਾਈਮ ਟੇਬਲ ਜੁਆਇੰਟ ਟਾਈਮ ਟੇਬਲ ਫਰੇਮ ਹੋਣਾ ਉਹਦੇ ਵਿੱਚ ਤੁਹਾਨੂੰ ਟੈਕਸ ਕਲੀਅਰੈਂਸ ਦੀ ਜ਼ਰੂਰਤ ਆ। ਬਟ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਗਵਰਨਮੈਂਟ ਵੱਲੋਂ ਵੀ ਟੈਕਸ ਕਲੀਅਰੈਂਸ ਹੋਊਗਾ ਤਾਂ ਤੁਹਾਡੀ ਸਰਵਿਸ ਟਾਈਮ ਟੇਬਲ ਦੇ ਵਿੱਚ ਰਹੂਗੀ, ਨਹੀਂ ਅਸੀਂ ਬਾਹਰ ਕੱਢ ਦਿਆਂਗੇ। ਜਿਵੇਂ ਤੁਸੀਂ ਟਰਾਂਸਪੋਰਟ ਮੰਤਰੀ ਨੂੰ ਕਦੋਂ ਮਿਲੇ ਸੀਗੇ? 11 ਤਰੀਕ ਨੂੰ ਮਿਲੇ ਸੀ। ਅੱਜ ਮਿਲੀ ਹੈ, ਹਜੇ ਆਪਾਂ ਗੱਲ ਕਰੀਏ 5 ਦਿਨ ਹੀ ਹੋਏ ਤੇ 5 ਦਿਨਾਂ ਦੇ ਵਿੱਚ ਮਤਲਬ ਆਪਾਂ ਕੋਸ਼ਿਸ਼ ਨਹੀਂ ਕੀਤੀ ਕਿ ਆਪਾਂ ਸੀਐਮ ਨੂੰ ਮਿਲੀਏ। ਆਪਾਂ ਬਾਈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਟਾਈਮ ਨਹੀਂ ਮਿਲਿਆ ਸੀਐਮ ਸਾਹਿਬ ਤੋਂ। ਦੂਸਰੀ ਗੱਲ ਕੀ ਹੈ ਜੀ, 18 ਤਰੀਕ ਤੋਂ ਸਾਡੇ ਟਾਈਮ ਟੇਬਲ ਸ਼ੁਰੂ ਹੋ ਰਹੇ ਆ। ਸਾਨੂੰ ਉਹਦੇ ਵਿੱਚ ਬਕਾਇਦਾ ਇਹ ਠੋਕ ਕੇ ਧਮਕੀ ਦਿੱਤੀ ਗਈ ਹੈ ਵੀ ਟੈਕਸ ਕਲੀਅਰੈਂਸ ਲਿਆਉਂਗੇ ਤਾਂ ਟਾਈਮ ਟੇਬਲ ਦੇ ਵਿੱਚ ਤੁਹਾਡੇ ਟਾਈਮ ਰਹਿਣ ਦੇਵਾਂਗੇ, ਨਹੀਂ ਅਸੀਂ ਬਾਹਰ ਕੱਢ ਨਹੀਂ, ਉਹ ਤਾਂ ਸਰਕਾਰ ਨੇ ਕਰਨਾ ਹੁੰਦਾ, ਤੁਸੀਂ ਕਹਿੰਦੇ ਨਹੀਂ ਜੀ। ਮੋਟਰ ਵਹੀਕਲ ਐਕਟ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਟੈਕਸ ਕਲੀਅਰੈਂਸ ਦੀ ਜ਼ਰੂਰਤ ਹੈ ਜਦੋਂ ਟਾਈਮ ਟੇਬਲ ਫਰੇਮ ਹੋਣਾ। ਇਹ ਸਰਕਾਰ ਧੱਕਾ ਕਰ ਰਹੀ ਹੈ। ਤੁਹਾਡੀ ਸਰਕਾਰ ਤੁਹਾਡੇ ਨਾਲ ਹੀ ਧੱਕਾ। ਸਰ ਸਰਕਾਰ ਨਹੀਂ ਜੀ, ਸਾਡੀ ਸਰਕਾਰ ਹੋਣੀ ਜਿਹੜੇ ਬਿਲਕੁਲ ਜੀ ਸਾਡੀ ਸਰਕਾਰ ਹੈ, ਤੁਹਾਡੀ ਵੀ ਹੈ, ਸਾਡੀ ਵੀ ਹੈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਰ ਕੁਝ ਅਫਸਰ ਨੇ, ਚੰਦ ਅਫਸਰ ਨੇ, ਨਾਮ ਲਓ, ਡਰਦੇ ਕਿਉਂ ਜਦੋਂ ਤੁਹਾਡੀ ਸਰਕਾਰ ਹੈ? ਕੀ ਨਾਂ ਜੀ ਇਹਦਾ? ਸੁਭਾ ਕੁਮਾਰ ਕੀ ਨਾਂ? ਸ਼ਿਵਾ ਪ੍ਰਸਾਦ। ਕੁਝ ਅਫਸਰ ਨੇ ਜੀ, ਉਹ ਆਪਦਾ ਪਤਾ ਨਹੀਂ ਉਹਨਾਂ ਦਾ ਕੀ ਹਿਡਨ ਏਜੰਡਾ ਹੈ ਜੀ। ਠੀਕ ਹੈ ਜੀ ਸਰ, ਸਾਰੇ ਆ ਜਾਂਦੇ ਨਹੀਂ ਜੀ, ਤੁਸੀਂ ਕਹਿੰਦੇ ਹੋ ਨਾ ਮਾਫੀਆ ਜਿਵੇਂ ਸਾਰੇ ਤੁਸੀਂ ਪਤਾ ਕੀ ਹੈ ਜੀ, ਤੁਸੀਂ ਹੁਣ ਸਾਨੂੰ ਜਿਹੜੀਆਂ ਥੋੜੀਆਂ ਬਹੁਤੀਆਂ ਚੱਲਦੀਆਂ ਉਹ ਵੀ ਚਲਾ ਲੈਣ ਦਿਓ, ਨਹੀਂ ਸਾਡੀਆਂ ਉਹ ਵੀ ਨਹੀਂ ਚੱਲਣੀਆਂ ਨਾ ਤਾਂ ਅਸੀਂ 1 ਮਿੰਟ ਚਲਾ ਦਈਏ। ਨਹੀਂ, ਡਰ ਕਾਹਦਾ ਵਾ? ਸਰ ਸਾਡਾ ਸਰਕਾਰ ਤੋਂ ਸਰ ਸਰਕਾਰ ਤੋਂ ਨਹੀਂ ਡਰ ਜੀ, ਸਰਕਾਰ ਤਾਂ ਸਾਡਾ ਮਸਲਾ ਹੱਲ ਕਰਨ ਨੂੰ ਤਿਆਰ ਆ। ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ, ਮਾਨਯੋਗ ਮੰਤਰੀ ਸਾਹਿਬ ਨੇ। ਬਟ ਚੱਕਰ ਕੀ ਹੈ ਜੀ, ਸਰਕਾਰ ਨਵੀਂ ਬਣੀ ਆ, ਸਰਕਾਰ ਨੂੰ ਵੀ ਹਜੇ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਣਾ। ਬਟ ਜਿਹੜੇ ਉਹ ਕੁਝ ਚੰਦ ਅਫਸਰ ਨੇ ਨਾ ਜੀ ਉਤਲੇ, ਉਹ ਪੈਰ ਨਹੀਂ ਲੱਗਣ ਦਿੰਦੇ। ਉਹਨਾਂ ਨੇ ਤਾਂ ਬੋਰਡ ਲਾ ਤੇ ਕਰਪਸ਼ਨ ਫ੍ਰੀ ਤੇ ਤੁਸੀਂ ਹਜੇ ਵੀ ਡਰੀ ਜਾਂਦੇ ਹੋ। ਬਾਈ ਜੀ ਅਸੀਂ ਕੀ ਕਰੀਏ, ਕਰਪਸ਼ਨ ਦੀ ਗੱਲ ਹੀ ਹੈ, ਇਹ ਕਰਪਸ਼ਨ ਦਾ ਮਸਲਾ ਹੀ ਨਹੀਂ। ਬਾਈ ਜੀ ਗੱਲ ਕਰਕੇ ਤੁਸੀਂ ਇੱਕ ਰਾਉਂਡ ਫਿਗਰ ਦੱਸਿਆ ਸੀ ਕਿ ਇੰਨਾ ਅਸੀਂ ਰੈਵਨਿਊ ਜਨਰੇਟ ਕਰਕੇ ਦੇ ਰਹੇ ਹਾਂ, ਫਿਰ ਵੀ ਸਰਕਾਰ ਨਹੀਂ ਸੁਣਦੀ ਜੀ। ਹੁਣ ਤੁਹਾਡੇ ਸਾਹਮਣੇ 100 ਕਰੋੜ ਰੁਪਈਆ ਤਾਂ ਅਸੀਂ ਸਾਲ ਦਾ ਟੈਕਸ ਦੇ ਰਹੇ ਹਾਂ ਜੀ ਸਰਕਾਰ ਨੂੰ। ਉਸ ਤੋਂ ਇਲਾਵਾ ਡੀਜ਼ਲ ਤੇ ਜਿਹੜਾ ਅਸੀਂ ਸਰਕਾਰ ਨੂੰ ਵੈਟ ਦੇ ਰਹੇ ਹਾਂ ਜੀ, GST ਆਉਂਦਾ ਉਹ ਅੱਡ ਹੈ ਜੀ। ਸਪੇਅਰ ਪਾਰਟ ਤੇ ਅੱਡ ਹੈ, ਟਾਇਰਸ ਤੇ ਅੱਡ ਹੈ, ਜਿਹੜੀ ਅਸੀਂ ਸਟੇਸ਼ਨਰੀ ਟਿਕਟਸ ਆਉਂਦੀਆਂ ਉਹ ਤੇ ਅੱਡ ਹੈ। ਇੱਕ ਚੀਜ਼ ਤੇ ਸਰਕਾਰ ਨੂੰ ਟੈਕਸ ਆ, ਫਿਰ ਟੋਲ ਟੈਕਸ ਅਸੀਂ ਅੱਡ ਦੇ ਰਹੇ ਹਾਂ। ਠੀਕ ਹੈ।